कि जे तुसीं सच्ची हो किसान अंदोलन के हमायती हो जिवें कि कह रही ने पार्टियां, तो तुसीं अपने पार्टी प्लेटफार्मां ते इकट्ठे होके प्रधानमंत्री दे जाके धरना क्यों नहीं दिंदे? झंडा किसान अंदोलन का है, किसान अंदोलन अपना अंदोलन लड़ रहे हैं, पार्टियां उहदे मोढे ते धर के क्यों चलाउणा चाहुंदियां? टकराव किवें पैदा होंदा जदों किसान कालियां झंडियां लैके खड़दे ने भी तुहाडे तो सवाल पुछांगे, तो फिर अकाली दल की करता है कि वह 50-100 मोटरसाइकिल मूहरे ला दिंदा है, 50 गड्डियां आ रही ने, शीशे बंद होंदे ने, तुसीं पुलिस दे रस्ते लंघना चाहुंदे हो, फिर वो तुहाडीआं गड्डियां ते मारदे ने कि तुसीं लंघ कित्थों गए, टकरा तुसीं पै जद तुसीं खड़ जाओ उत्थे कि भी आओ बैठते हैं आपां साडी रैली च आ जाओ, उत्थे जिੱਥੇ हैगे हो एक हाल खाली छड्ड लो, एक साइड ते साइड ते उन्हां नूं माइक दे दो भी हाँ पंडाल चों तुसीं सवाल पुछो, असीं स्टेज तो देंगे, घंटा तुहाडे लई है, उदों बाद तुसीं चले जाओ ते उदों बाद साडी रैली करन दिओ। ਜਿਹੜੇ ਏਜੰਡਾ ਪੱਤਰ ਹੋਣਗੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਉਹ ਵੀ ਇੱਕ ਲੀਗਲ ਡਾਕੂਮੈਂਟ ਬਣਨਾ ਚਾਹੀਦਾ, ਦਸਤਾਵੇਜ਼ ਬਣਨਾ ਚਾਹੀਦਾ ਕਿ ਜੇਕਰ ਕੋਈ ਪਾਰਟੀ ਵਾਅਦੇ ਪੂਰੇ ਨਹੀਂ ਕਰਦੀ ਤਾਂ ਉਹ ਉਹਦੇ ਤੇ ਤਾਂ ਕਿ ਕਾਰਵਾਈ ਕੀਤੀ ਜਾ ਸਕੇ। ਤੁਹਾਨੂੰ ਲੱਗਦਾ ਕਿ ਇਹਨੂੰ ਲੀਗਲ ਕੀਤਾ ਜਾ ਸਕਦਾ ਹੈ? ਹੁਣ ਮਨੋਹਰ ਪੱਤਰ ਉਹਨਾਂ ਗੱਲਾਂ ਲਈ ਹੈ ਤੁਹਾਨੂੰ ਆਹ ਮੁਫਤ ਦੇ ਦਾਂਗੇ, ਆਹ ਦੇ ਦਾਂਗੇ, ਆਹ ਕਿਉਂ ਨਹੀਂ ਕਰਦੇ, ਤੈਨੂੰ ਰੁਜ਼ਗਾਰ ਦੇ ਦਾਂਗੇ, ਪਰ ਜਦੋਂ ਬੁਨਿਆਦੀ ਸਵਾਲ ਆਉਣਗੇ ਇਹਨਾਂ ਤੇ ਤਾਂ ਪਾਲਿਸੀ 'ਚ ਫਸ ਜਾਣਗੀਆਂ ਪਾਰਟੀਆਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਵਾਸੀ ਟੀਵੀ ਤੇ ਮੈਂ ਹਾਂ ਸਫਰ ਰੰਧਾਵਾ। ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੁਝ ਸਿਆਸੀ ਪਾਰਟੀਆਂ ਦੇ ਵੱਲੋਂ ਪੰਜਾਬ ਦੇ ਵਿੱਚ ਚੋਣ ਰੈਲੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸੁਖਬੀਰ ਬਾਦਲ ਸਿੰਘ ਆਪਣੀ 100 ਦਿਨ ਦੀ ਯਾਤਰਾ ਤੇ ਗੱਲ ਪੰਜਾਬ ਦੀ ਦਾ ਪ੍ਰੋਗਰਾਮ ਲੈ ਕੇ ਨਿਕਲੇ ਹੋਏ ਸੀਗੇ। ਉਹ ਯਾਤਰਾ ਦੇ ਦੌਰਾਨ ਹਲਕਿਆਂ ਤੋਂ ਟਿਕਟਾਂ ਵੀ ਜਿਹੜੀਆਂ ਅਨਾਉਂਸ ਕਰ ਰਹੇ ਨੇ। ਅਕਾਲੀ ਦਲ ਦਾ ਵਿਰੋਧ ਹੋ ਰਿਹਾ, ਸਾਰੀ ਪਾਰਟੀਆਂ ਦਾ ਵਿਰੋਧ ਹੋਇਆ, ਪਰ ਜਿਹੜੀਆਂ ਵੱਡੀਆਂ ਝੜਪਾਂ ਜਾਂ ਤਿੱਖਾ ਵਿਰੋਧ ਕਹਿ ਲਿਓ ਅਕਾਲੀ ਦਲ ਦਾ ਹੋਇਆ ਸੀਗਾ ਪਿਛਲੇ ਦਿਨਾਂ ਦੇ ਵਿੱਚ। ਪਰ ਕਿਤੇ ਨਾ ਕਿਤੇ ਵਿਰੋਧ ਦੀ ਜਿਹੜੀ ਨੀਤੀ ਆ ਉਹ ਕੋਈ ਸਾਹਮਣੇ ਨਹੀਂ ਆ ਰਹੀ ਕਿ ਸੰਯੁਕਤ ਕਿਸਾਨ ਮੋਰਚਾ ਵਿਰੋਧ ਦੀ ਕੀ ਨੀਤੀ ਤੈਅ ਕਰਦਾ, ਲੋਕ ਕਿਹੜੀ ਨੀਤੀ ਅਪਣਾਉਂਦੇ ਨੇ, ਕਿਉਂਕਿ ਕਿਤੇ ਨਾ ਕਿਤੇ ਵਿਰੋਧ ਦੀ ਜਿਹੜੀ ਨੀਤੀ ਹੈ ਫਿਲਹਾਲ ਜੋ ਚੱਲ ਰਹੀ ਹੈ ਉਹ ਹਿੰਸਾ ਦਾ ਜਿਹੜਾ ਰੂਪ ਆ ਉਹ ਧਾਰਨ ਕਰਦੀ ਜਾ ਰਹੀ ਹੈ, ਜਿਹਨੂੰ ਲੈ ਕੇ ਸੁਖਬੀਰ ਬਾਦਲ ਹੋਰਾਂ ਨੇ ਕਿਹਾ ਸੀ, ਹੋਰ ਸਿਆਸੀ ਪਾਰਟੀ ਨੇ ਵੀ ਕਿਹਾ ਸੀ ਕਿ ਸਾਡੇ ਨਾਲ ਜਿਹੜੇ ਸਵਾਲ ਜਵਾਬ ਨੇ ਸੰਯੁਕਤ ਕਿਸਾਨ ਮੋਰਚਾ ਇਸ ਗੱਲ ਨੂੰ ਲੈ ਕੇ ਕਰ ਲਵੇ ਕਿ ਕੋਈ ਨਾ ਕੋਈ ਇਸ ਚੀਜ਼ ਦਾ ਹੱਲ ਕੱਢਿਆ ਜਾਵੇ ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਖਰਾਬ ਨਾ ਹੋਵੇ। ਕਿਉਂਕਿ ਬਹੁਤ ਸਾਰੇ ਬਿਆਨ ਇੱਦਾਂ ਦੇ ਵੀ ਆਏ ਸੀ ਸਿਆਸੀ ਗਲਿਆਰਿਆਂ ਦੇ ਵਿੱਚੋਂ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜਧਾਨੀ ਕਿਤੇ ਲਗਵਾਉਣ ਦੀਆਂ ਗੱਲਾਂ ਚੱਲ ਰਹੀਆਂ, ਕਿਤੇ ਗਵਰਨਰ ਦਾ ਰਾਜਧਾਨੀ ਲਗਵਾਉਣ ਦੀਆਂ ਗੱਲਾਂ ਚੱਲ ਰਹੀਆਂ। ਅੱਜ ਸਾਰੀਆਂ ਪਾਰਟੀਆਂ ਦੇ ਆਗੂ, ਪਾਰਟੀ ਪ੍ਰਧਾਨ ਸੰਯੁਕਤ ਕਿਸਾਨ ਮੋਰਚੇ ਦੀ ਕਚਹਿਰੀ ਚੰਡੀਗੜ੍ਹ ਦੇ ਵਿੱਚ ਲੱਗੀ ਹੋਈ ਆ, ਉਹਦੇ ਵਿੱਚ ਜਿਹੜੀ ਆਪਣੀਆਂ ਹਾਜ਼ਰੀ ਉਹ ਭਰ ਰਹੇ ਨੇ। ਪੂਰੇ ਮਸਲੇ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਹਮੀਰ ਸਿੰਘ ਹੋਰੀ ਨੇ ਆਪਣੇ ਨਾਲ ਗੱਲਬਾਤ ਕਰ ਲੈਣਾ। ਸਰ, ਕਿਵੇਂ ਦੇਖਦੇ ਹੋ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਜਿਹੜੇ ਸਾਰੇ ਪਾਰਟੀ ਦੇ ਲੀਡਰ ਬੁਲਾਏ ਹੋਏ ਨੇ? ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹੂੰਗਾ ਕਿ ਕੀ ਨਿਕਲ ਸਕਦਾ ਇਸ ਪੂਰੇ ਉਹਦੇ ਵਿੱਚ ਗੱਲਬਾਤ ਦੇ ਵਿੱਚੋਂ, ਕਿਹੋ ਜਿਹੇ ਫੈਸਲੇ ਲਏ ਜਾ ਸਕਦੇ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ? ਅਸਲ ਦੇ ਵਿੱਚ ਤਾਂ ਇਹਦੇ 'ਚੋਂ ਨਿਕਲਣਾ ਤਾਂ ਬਾਅਦ ਦੇ ਵਿੱਚ ਹੈ, ਜੋ ਗੱਲਬਾਤ ਤੋਂ ਬਾਅਦ ਜੋ ਪਾਰਟੀਆਂ ਦਾ ਰੁਖ ਹੋਏਗਾ। ਪਰ ਸਭ ਤੋਂ ਪਹਿਲਾਂ ਕਿਉਂਕਿ ਬੜੇ ਲੰਮਾ ਸਮਾਂ ਹੋ ਗਿਆ, 1 ਸਾਲ ਤੋਂ ਵੱਧ ਹੋ ਗਿਆ ਪੰਜਾਬ 'ਚ, 9.5 ਮਹੀਨੇ ਦਿੱਲੀ ਦੇ ਵਿੱਚ ਹੋ ਗਏ ਮੋਰਚਾ ਚੱਲਦੇ ਨੂੰ। ਉਸ ਦੇ ਦੌਰਾਨ ਹੁਣ ਕਿਉਂਕਿ ਚੋਣਾਂ ਨੇੜੇ ਆ ਗਈਆਂ, ਪੋਲੀਟੀਕਲ ਪਾਰਟੀਆਂ ਦਾ ਤਾਂ ਇੱਕੋ ਮਿਸ਼ਨ ਹੈ ਕਿ 2022 'ਚ ਕਿਹੜਾ ਸੱਤਾ 'ਤੇ ਕਾਬਜ ਹੋਵੇ। ਤੇ ਇਸ ਅੰਦੋਲਨ ਦੀ ਇੱਕ ਪ੍ਰਾਪਤੀ ਸੀ ਕਿ ਪਾਰਟੀਆਂ ਨਾਲੋਂ ਤੋੜ ਕੇ ਬੰਦੇ ਪਿੰਡਾਂ 'ਚ ਇੱਕ ਭਾਈਚਾਰਕ ਸਾਂਝ ਪੈਦਾ ਹੋਈ, ਧੜੇਬੰਦੀ ਖਤਮ ਹੋਈ ਸੀ। ਹੁਣ ਹੌਲੀ ਹੌਲੀ ਜਦੋਂ ਪਾਰਟੀਆਂ ਉਸੇ ਐਕਟੀਵਿਟੀ 'ਚ ਜਾ ਰਹੀਆਂ ਨੇ ਮੁੜ ਕੇ, ਤਾਂ ਉਹੀ ਬੰਦੇ ਆਪੋ ਆਪਣੀਆਂ ਪਾਰਟੀਆਂ ਨਾਲ ਚੜ੍ਹ ਜਾਣਗੇ, ਤਾਂ ਅੰਦੋਲਨ ਦਾ ਜਿਹੜਾ ਭਾਈਚਾਰਾ ਇੱਕ ਬਣਾਇਆ ਹੋਇਆ ਤਾਂ ਲਾਜ਼ਮੀ ਹੈ ਕਿ ਉਹ 'ਚ ਤਰੇੜ ਆਉਂਦੀ ਹੈ ਤੇ ਉਹਦੇ 'ਚ ਫਰਕ ਪੈਂਦਾ ਕਿਸੇ ਨਾ ਕਿਸੇ ਰੂਪ 'ਚ। ਇਸੇ ਕਰਕੇ ਸੰਯੁਕਤ ਕਿਸਾਨ ਮੋਰਚੇ ਦਾ ਇੱਕ ਫੈਸਲਾ ਕੀਤਾ ਸੀ ਜਾਂ ਇੱਕ ਐਲਾਨ ਕੀਤਾ ਸੀ, ਕਿਉਂਕਿ ਪੂਰੇ ਦੇਸ਼ ਦੇ ਵਿੱਚ ਹੀ ਇੱਕ ਐਲਾਨ ਕੀਤਾ ਹੋਇਆ ਕਿ ਬੀਜੇਪੀ ਦਾ ਤਾਂ ਵਿਰੋਧ ਕਰਨਾ, ਜਿੱਥੇ ਵੀ ਕੋਈ ਜਾਊਗਾ ਉਹਨੂੰ ਕਾਲੀਆਂ ਝੰਡੀਆਂ ਦਿਖਾਉਣੀਆਂ ਨੇ, ਘਰਾਓ ਵੀ ਕਰਨਾ ਹੈ। ਪਰ ਹੁਣ ਪੰਜਾਬ ਦੀ ਖਾਸ ਹਾਲਤ ਇਹ ਆ ਗਈ ਹੈ ਕਿ ਕੀ ਕੀਤਾ ਜਾਏ, ਤਾਂ ਫਿਰ ਉਹਨਾਂ ਨੇ ਇਹ ਕਿਹਾ ਸੀ ਕਿ ਬਾਕੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਆਗੂ ਜਦੋਂ ਫੀਲਡ 'ਚ ਜਾਂਦੇ ਨੇ ਉਹਨਾਂ ਦਾ ਘਰਾਓ ਨਾ ਕਰੋ, ਉਹਨਾਂ ਤੋਂ ਸਵਾਲ ਪੁੱਛੋ। ਤੇ ਜਦੋਂ ਕਿਸਾਨ ਸਵਾਲ ਪੁੱਛਣ ਜਾਂਦਾ ਤਾਂ ਸਵਾਲ ਪੁੱਛਣ ਦੇ ਲਈ ਇੱਕ ਤਾਂ ਥੋੜ੍ਹਾ ਬਹੁਤ ਕੋਈ ਸਿਸਟਮ ਬਣਨਾ ਹੁੰਦਾ, ਕੋਈ ਜਗ੍ਹਾ ਹੋਵੇ ਕਿੱਥੇ ਕੋਈ ਸਵਾਲ ਪੁੱਛੇ, ਕਿੱਥੋਂ ਕੋਈ ਜਵਾਬ ਦੇਵੇ। ਤੇ ਸਵਾਲ ਜਵਾਬ ਨਹੀਂ ਹੁੰਦੇ, ਉਧਰੋਂ ਕਿਸਾਨਾਂ ਦਾ ਇੱਕ ਗਰੁੱਪ ਹੁੰਦਾ ਵੱਡੇ ਪੱਧਰ ਦੇ ਉੱਤੇ, ਉਦੋਂ ਪਾਰਟੀ ਦਾ ਇੱਕ ਗਰੁੱਪ ਹੁੰਦਾ, ਤਾਂ ਬੜੀ ਵਾਰ ਤਕਰਾਰ ਹੋਣ ਦੇ ਚਾਂਸ ਜਿਹੜੇ ਅਸੀਂ ਮੋਗੇ ਦੇਖੀ ਆ, ਮੋਗੇ ਜੋ ਹੋਇਆ ਜੀ, ਤਕਰਾਰ ਹੋਣ ਦੇ ਚਾਂਸ ਨੇ। ਹੁਣ ਇਹ ਇੱਕ ਵੈਸੇ ਤਾਂ ਸੰਯੁਕਤ ਮੋਰਚੇ ਦਾ ਸੱਦਾ ਨਹੀਂ ਹੈ, ਜਮਹੂਰੀਅਤ ਦੇ ਵਿੱਚ ਵੈਸੇ ਹੀ ਇਹ ਗੱਲ ਕਿਸੇ ਸਿਸਟਮ 'ਚ ਆਉਣੀ ਚਾਹੀਦੀ ਹੈ ਕਿ ਜਿਹੜਾ ਵੀ ਆਗੂ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਜਾ ਕਿਤੇ ਜਾਂਦਾ ਲੋਕਾਂ ਕੋਲ ਵੋਟ ਵਾਸਤੇ, ਲੋਕ ਉਹਨੂੰ ਸਵਾਲ ਕਰ ਸਕਣ
ਵਿਦੇਸ਼ਾਂ ਦੇ ਵਿੱਚ ਤਾਂ ਕਈ ਦੇਸ਼ਾਂ ਦੇ ਵਿੱਚ ਇੱਕ ਸਿਸਟਮ ਬਣਿਆ ਹੋਇਆ ਹੈ ਕਿ ਲੀਡਰ ਸਟੇਜਾਂ ਤੇ ਬੈਠਦੇ ਨੇ, ਲੋਕ ਸਾਹਮਣੇ ਬੈਠਦੇ ਨੇ, ਲੋਕ ਖੜੇ ਹੋ ਕੇ ਉਹ ਤੋਂ ਸਵਾਲ ਪੁੱਛਦੇ ਨੇ ਤੇ ਉਹਨਾਂ ਦਾ ਜਵਾਬ ਦਿੰਦਾ ਹੈ। ਸਾਡੇ ਕੋਈ ਸਿਸਟਮ ਨਹੀਂ ਬਣਿਆ ਹੋਇਆ, ਸਾਡੇ ਤਾਂ ਹਾਰ ਪਾਉਂਦੇ ਨੇ ਤੇ ਜਾਂ ਆਪਦਾ ਭਾਸ਼ਣ ਕਰਦੇ ਨੇ ਤੇ ਤੁਰ ਜਾਂਦੇ ਨੇ। ਉਹਦੇ ਲਈ ਇੱਕ ਮੈਕੈਨਿਜ਼ਮ ਨਹੀਂ ਬਣਿਆ ਜਿਹਦੇ ਕਰਕੇ ਇੱਥੇ ਟਕਰਾਅ ਦੀ ਸਿਚੁਏਸ਼ਨ ਸੀ। ਫਿਰ ਇਹ ਹੋ ਗਿਆ ਕਿ ਚਲੋ ਮੋਗੇ ਤੋਂ ਬਾਅਦ ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਸੀ ਕਿ ਅਸੀਂ 8 ਤਰੀਕ ਦੀ ਜਿਹੜੀ ਮੀਟਿੰਗ ਹੋਏਗੀ ਉਹ 'ਚ ਕੋਈ ਫੈਸਲਾ ਲਵਾਂਗੇ। 8 ਦੀ 'ਚ ਫਿਰ ਇਹਨਾਂ ਨੇ ਫੈਸਲਾ ਲਿਆ ਕਿ ਆਪਾਂ ਕਿਉਂ ਨਾ ਜਿਹੜੀਆਂ ਮੇਨ ਪਾਰਟੀਆਂ ਨੇ ਉਹਨਾਂ ਦੇ ਲੀਡਰਾਂ ਨਾਲ ਬੈਠ ਕੇ ਗੱਲ ਕਰੀਏ। ਉਹਨਾਂ ਨੂੰ ਜਿਹੜੀਆਂ ਕੱਲੀਆਂ ਅਖਬਾਰੀ ਜਾਂ ਟੀਵੀ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਇਨਫੋਰਮੇਸ਼ਨ ਮਿਲਦੀ ਹੈ ਉਹਦੇ ਨਾਲ ਮੂੰਹੋਂ ਦੋਹੀਂ ਹੋ ਕੇ ਗੱਲ ਹੋ ਜੇ ਕਿ ਮੋਰਚਾ ਕੀ ਚਾਹੁੰਦਾ, ਪਾਰਟੀਆਂ ਦੀ ਵੀ ਸੁਣੀ ਜਾਏ ਤੇ ਇਦੋਂ ਬਾਅਦ ਉਹ ਟਕਰਾਅ ਟਾਲ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਸਿਸਟਮ। ਮੋਰਚੇ ਨੇ ਇੱਕ ਸੱਦਾ ਦਿੱਤਾ ਪਾਰਟੀਆਂ ਨੂੰ ਇਦੋਂ ਪਹਿਲਾਂ ਹੀ। ਉਹ ਸੱਦਾ ਇਹ ਹੈ ਕਿ ਅਜੇ ਚੋਣਾਂ ਬਹੁਤ ਦੂਰ ਨੇ, ਅੱਗੇ ਵੀ ਚੋਣਾਂ ਦੇ ਜਦੋਂ ਐਲਾਨ ਹੁੰਦਾ ਹੈ ਉਹਦੇ ਨਜ਼ਦੀਕ ਜਾ ਕੇ ਚੋਣ ਪ੍ਰਚਾਰ ਸ਼ੁਰੂ ਹੁੰਦੇ ਨੇ। ਹੁਣ ਤੁਸੀਂ ਇੰਨੇ ਮਹੀਨੇ ਪਹਿਲਾਂ ਕਿਉਂ ਕਰ ਰਹੇ ਹੋ ਤੇ ਨੇੜੇ ਜਾ ਕੇ ਕਰ ਲਿਓ, ਉਹਨਾਂ ਚਿਰ ਮੋਰਚੇ ਦਾ ਸਹਿਯੋਗ ਕਰੋ। ਪਰ ਉਹ ਜਦੋਂ ਪਹਿਲਾਂ ਕਰਨ ਲੱਗ ਜਾਂਦੇ ਨੇ ਤਾਂ ਇਹਦਾ ਮਤਲਬ ਉਹਨਾਂ ਦੇ ਦਿਮਾਗਾਂ ਦੇ ਵਿੱਚ ਵੀ ਕੁਝ ਹੋਰ ਹੈ ਵੀ ਜਿਹੜਾ ਕਿਸਾਨ ਮੋਰਚੇ ਨਾਲ ਗਿਆ ਉਹਨੂੰ ਹੌਲੀ ਹੌਲੀ ਕਰਕੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਆਪਦੀ ਪਾਰਟੀ ਨਾਲ ਦੁਬਾਰਾ ਅਟੈਚ ਕੀਤਾ ਜਾਏ। ਤੇ ਨਾ ਤਾਂ ਉਹ ਮੋਰਚੇ ਦੀ ਗੱਲ ਟੋਟਲੀ ਮੰਨ ਰਹੇ ਨੇ ਕਿਸੇ ਰੂਪ ਦੇ ਵਿੱਚ, ਨਾ ਦੂਜਾ ਕੋਈ ਇਹੋ ਜਿਹਾ ਸਿਸਟਮ ਬਣ ਰਿਹਾ ਜਿਹਦੇ ਨਾਲ ਚਲੋ ਸਵਾਲ ਜਵਾਬ ਹੀ ਕੀਤੇ ਜਾ ਸਕਣ। ਇਹ ਇੱਕ ਖਲਾਅ ਦੇ ਵਿੱਚ ਇੱਕ ਟਕਰਾਅ ਪੈਦਾ ਹੋ ਰਿਹਾ। ਅੱਜ ਵੀ ਇਹੀ ਕਿਹਾ ਗਿਆ ਮੇਰੇ ਖਿਆਲ ਕਿਸਾਨ ਜਥੇਬੰਦੀਆਂ ਵੱਲੋਂ 2-3 ਗੱਲਾਂ ਕੀਤੀਆਂ ਗਈਆਂ ਨੇ। ਇੱਕ ਇਹ ਕਿ ਫਿਲਹਾਲ ਵੱਡੀਆਂ ਮੁਹਿੰਮਾਂ ਨਾ ਚਲਾਓ ਜਿਹਦੇ ਨਾਲ ਟਕਰਾਅ ਦੀ ਹਾਲਤ ਹੋਵੇ। ਦੂਜਾ ਇਹ ਕਿ ਜੇ ਤੁਸੀਂ ਸੱਚੀ ਹੋ ਕਿਸਾਨ ਅੰਦੋਲਨ ਦੇ ਹਮਾਇਤੀ ਹੋ ਜਿਵੇਂ ਕਿ ਕਹਿ ਰਹੀਆਂ ਨੇ ਪਾਰਟੀਆਂ, ਤਾਂ ਤੁਸੀਂ ਆਪਣੇ ਪਾਰਟੀ ਪਲੇਟਫਾਰਮਾਂ ਤੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਦੇ ਜਾ ਕੇ ਧਰਨਾ ਕਿਉਂ ਨਹੀਂ ਦਿੰਦੇ? ਜੇ ਤੁਸੀਂ ਸੱਚੇ ਹੋ ਤੁਸੀਂ ਵੀ ਇਸ ਮੋਰਚੇ 'ਚ ਸ਼ਾਮਲ ਹੋ ਜਾਓ ਉਦੋਂ ਤੱਕ ਜਦ ਤੱਕ ਤੁਹਾਨੂੰ ਇਸ ਲੈਵਲ ਤੇ ਲੱਗਦਾ। ਔਰ ਇਹਦੇ 'ਚੋਂ ਕਿੰਨਾ ਕੁ ਕੀ ਕਰਨਗੇ ਇਹ ਹੁਣ ਪਾਰਟੀਆਂ ਨੇ ਆਪਣਾ ਫੈਸਲਾ ਕਰਨਾ। ਅਕਾਲੀ ਦਲ ਇਹ ਕਹਿ ਗਿਆ ਪ੍ਰਧਾਨ ਨਾਲ ਫੈਸਲਾ ਕਰਾਂਗੇ, ਦੂਜਾ ਆਪਣੇ ਤਰੀਕੇ ਦਾ ਕੋਈ ਕਹਿ ਜਾਊਗਾ, ਉਹ ਅਲੱਗ ਸਵਾਲ ਨੇ ਕਿ ਮਤਲਬ ਇਹ ਉਦੋਂ ਉਹਨਾਂ ਦੇ ਫੈਸਲੇ ਤੋਂ ਬਾਅਦ ਪਤਾ ਲੱਗਣਾ ਕਿ ਟਕਰਾਅ ਟਾਲਣਾ ਜਾਂ ਟਕਰਾਅ ਚੱਲਣਾ। ਤੁਸੀਂ ਦਿੱਲੀ ਜਾ ਕੇ ਬਹਿਣ ਦੀ ਗੱਲ ਕੀਤੀ। ਪਿਛਲੇ ਦਿਨੀ ਬਿਕਰਮ ਮਜੀਠੀਆ ਨੇ ਵੀ ਕਿਹਾ ਸੀਗਾ ਕਿ ਇਹ ਇੱਕ ਕਿਸਾਨੀ ਝੰਡੇ ਥੱਲੇ ਜੈ ਜਵਾਨ ਜਾਂ ਕਿਸਾਨ ਦੇ ਝੰਡੇ ਥੱਲੇ ਸਿਆਸੀ ਪਾਰਟੀਆਂ ਇਕੱਠੀਆਂ ਹੋਣ ਤੇ ਅੰਦੋਲਨ ਦੇ ਲਈ ਇਕੱਠੀਆਂ ਹੋਣ, ਅੰਦੋਲਨ ਦੇ ਨਾਲ ਚੱਲਣ। ਤੁਹਾਨੂੰ ਕੀ ਲੱਗਦਾ ਕਿ ਹਾਲਾਂਕਿ ਉਹਨਾਂ ਦੀ ਇਸ ਗੱਲ ਤੇ ਕੋਈ ਹਾਮੀ ਨਹੀਂ ਭਰੀ, ਮੀਡੀਆ ਹਲਕਿਆਂ ਦੇ ਵਿੱਚ ਕੋਈ ਅਜਿਹੀ ਖਬਰ ਨਹੀਂ ਆਈ ਕਿ ਬਾਕੀ ਪਾਰਟੀ ਨੂੰ ਕੋਈ ਹੰਗਾਰਾ ਭਰਿਆ, ਤੁਸੀਂ ਉਹਨਾਂ ਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਤੇ ਕੀ ਲੱਗਦਾ ਕਿ ਸਿਆਸੀ ਪਾਰਟੀਆਂ ਇੱਕ ਝੰਡੇ ਥੱਲੇ ਇਕੱਠੀਆਂ ਹੋ ਕੇ ਕੰਮ ਕਰ ਸਕਦੀਆਂ ਨੇ ਕਿਸਾਨਾਂ ਦੇ ਲਈ? ਨਹੀਂ, ਕਿਉਂ ਇੱਕ ਝੰਡੇ ਥੱਲੇ ਇਕੱਠੀਆਂ ਕਰ? ਪਾਰਟੀਆਂ ਆਪਦੇ ਝੰਡੇ ਰੱਖਣ, ਕੌਣ ਰੋਕਦਾ? ਝੰਡਾ ਕਿਸਾਨ ਅੰਦੋਲਨ ਦਾ ਹੈ, ਕਿਸਾਨ ਅੰਦੋਲਨ ਆਪਣਾ ਅੰਦੋਲਨ ਲੜ ਰਿਹਾ ਹੈ। ਪਾਰਟੀਆਂ ਉਹਦੇ ਮੋਢੇ ਤੇ ਧਰ ਕੇ ਕਿਉਂ ਚਲਾਉਣਾ ਚਾਹੁੰਦੀਆਂ ਨੇ? ਪਾਰਟੀਆਂ ਆਪਣਾ ਬੈਨਰਾਂ ਤੇ ਸਟਰਗਲ ਕਿਉਂ ਨਹੀਂ ਕਰਦੀਆਂ? ਪਾਰਟੀਆਂ ਉਹ 'ਚ ਵਿੱਚ ਵੜਨਾ ਕਿਉਂ ਚਾਹੁੰਦੀਆਂ ਨੇ? ਪਾਰਟੀਆਂ ਆਪੋ ਆਪਣੇ ਬੈਨਰ ਤੇ ਜਾਣ, ਆਪੋ ਆਪਣਾ ਝੰਡਾ ਰੱਖਣ, ਕੋਈ ਨਹੀਂ ਰੋਕਦਾ, ਤੇ ਜਾ ਕੇ ਸਾਂਝੇ ਤੌਰ ਤੇ ਬੈਠ ਜਾਣ ਉੱਥੇ ਅਲੱਗ। ਇਹਨਾਂ ਦੇ ਵਿੱਚ ਵੜਨ ਦੀ ਬਜਾਏ ਤਾਂ ਉਹਨਾਂ ਦਾ ਇਹ ਹੋ ਜਾਂਦਾ ਨਾ ਕਿ ਅੰਦੋਲਨ ਦੇ ਵਿੱਚ ਜਾ ਕੇ ਤੁਸੀਂ ਕੋਈ ਗੱਲ। ਇਸੇ ਲਈ ਕਿਸਾਨ ਮੋਰਚੇ ਨੇ ਇੱਕ ਫੈਸਲਾ ਕੀਤਾ ਹੋਇਆ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਲੀਡਰ ਨੂੰ ਅਸੀਂ ਆਪਣੀ ਸਟੇਜ ਤੋਂ ਬੋਲਣ ਨਹੀਂ ਦੇਵਾਂਗੇ। ਔਰ ਇਹ ਸਾਡੇ ਸਾਹਮਣੇ ਇੱਕ ਗੱਲ ਆਈ ਹੈ ਜਦੋਂ ਕਿਸਾਨਾਂ ਨੇ ਪੈਰਲਲ ਸੰਸਦ ਚਲਾਈ ਹੈ, ਉੱਥੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਟੋਟਲ ਮੈਂਬਰ ਪਾਰਲੀਮੈਂਟ ਵੱਖ-ਵੱਖ ਜਿਹੜੇ ਵਿਰੋਧੀ ਧਿਰ ਦੇ ਸੀ ਉਹ ਦਰਸ਼ਕ ਗੈਲਰੀ 'ਚ ਆ ਕੇ ਬੈਠੇ, ਕਿਸਾਨਾਂ ਦੀ ਗੱਲ ਸੁਣੀ। ਉਹ ਇੱਕ ਠੀਕ ਗੱਲ ਹੈ ਦਰਸ਼ਕ ਗੈਲਰੀ ਦੇ ਤੌਰ ਤੇ। ਤੇ ਹੁਣ ਪਾਰਟੀਆਂ ਨੂੰ ਵੀ ਜੇ ਇਹ ਚਾਹੁੰਦੇ ਨੇ ਕਿ ਅਸੀਂ ਜਾਂ ਤਾਂ ਉਹ ਕਹਿੰਦੇ ਨੇ ਵੀ ਆਪਣਿਆਂ ਛੱਡ ਕੇ ਕਿਸਾਨ ਅੰਦੋਲਨ ਦੇ ਝੰਡੇ 'ਚ ਆ ਜਾਓ, ਜਾਂ ਉਹ ਕਹਿੰਦੇ ਨਹੀਂ ਫਿਰ ਆਪਣਾ ਹੀ ਰੱਖਾਂਗੇ ਕਿਸਾਨ ਅੰਦੋਲਨ। ਇਹਦੀ ਬਜਾਏ ਅਸਲ 'ਚ ਗੱਲ ਵਾਜਬ ਇਨਸਾਫ ਦੀ ਗੱਲ ਇਹ ਹੈ ਕਿ ਆਪੋ ਆਪਣੇ ਝੰਡੇ ਰੱਖੋ। ਕਿਸਾਨ ਇਹ ਥੋੜੀ ਕਹਿੰਦੇ ਨੇ ਤੁਸੀਂ ਆਪਣੀਆਂ ਪਾਰਟੀਆਂ ਭੰਗ ਕਰ ਦਿਓ, ਆਪਣੇ ਆਪਣੇ ਝੰਡੇ ਨਾ ਰੱਖੋ। ਉਹ ਦੋ ਗੱਲਾਂ ਕਹਿੰਦੇ ਨੇ ਕਿ ਅਜੇ ਅੰਦੋਲਨ 'ਚ ਤੁਸੀਂ ਆਪਣੇ ਝੰਡਿਆਂ ਦੇ ਨਾਂ ਤੇ ਅਲੱਗ ਐਜੀਟੇਸ਼ਨ ਕਰੋ, ਤੇ ਦੂਜੀ ਗੱਲ ਜਦੋਂ ਚੋਣਾਂ ਆ ਗਈਆਂ ਉਦੋਂ ਆਪੋ ਆਪਣਾ ਕੰਪੇਨ ਕਰ ਲਿਓ। ਹਜੇ ਚੋਣਾਂ ਹੈ ਨਹੀਂ, ਹੁਣੇ ਚੋਣਾਂ 'ਚ ਤੁਸੀਂ ਕਿਉਂ ਟਕਰਾਅ ਪੈਦਾ ਕਰਦੇ ਹੋ? ਜੀ ਅਮਿਤ ਸਿੰਘ ਜੀ, ਮੈਂ ਥੋੜਾ ਉਸੇ ਸਵਾਲ ਤੇ ਪਿੱਛੇ ਮੁੜ ਕੇ ਆਉਣਾ। ਜਿਸ ਦਿਨ ਬਿਕਰਮ ਮਜੀਠੀਆ ਬਟਾਲੇ ਵੱਲ ਜਾਂਦੇ ਨੇ, ਉਹਨਾਂ ਦੀ ਗੱਡੀ ਦਾ ਵਿਰੋਧ ਹੁੰਦਾ ਜਿਹੜਾ ਸ਼ੀਸ਼ੇ 'ਚ ਤਰੇੜਾਂ ਤੱਕ ਦੇਖੀਆਂ ਗਈਆਂ ਸੀਗੀਆਂ, ਉਸ ਤੋਂ ਅਗਲੇ ਦਿਨ ਉਹ ਪ੍ਰੈਸ ਕਾਨਫਰੰਸ ਕਰਦੇ ਨੇ ਚੰਡੀਗੜ੍ਹ ਦੇ ਵਿੱਚ। ਜਿਹੜੇ ਲੋਕੀ ਵਿਰੋਧ ਕਰ ਰਹੇ ਸੀਗੇ ਉਹਨਾਂ ਦੀਆਂ ਫੇਸਬੁੱਕ ਦੀਆਂ ਜਿਹੜੀਆਂ ਪ੍ਰੋਫਾਈਲ ਦੀਆਂ ਜਿਹੜੀਆਂ ਫੋਟੋਆਂ ਹੁੰਦੀਆਂ ਨੇ, ਉਹ ਫੋਟੋਆਂ ਦੇ ਨਾਲ ਤੇ ਉਹਨਾਂ ਦੀਆਂ ਸਿਆਸੀ ਲੀਡਰਾਂ ਦੇ ਨੇੜੇ, ਕਿਸੇ ਪਾਰਟੀ ਪ੍ਰਧਾਨ ਦੇ ਨੇੜੇ ਫੋਟੋਆਂ ਜਿਹੜੀਆਂ ਲੈ ਕੇ ਪੀਸੀ ਕਰਦੇ ਨੇ। ਉਸੇ ਤਰ੍ਹਾਂ ਮੋਗੇ ਦੀ ਘਟਨਾ ਤੋਂ ਬਾਅਦ ਸੁਖਬੀਰ ਬਾਦਲ ਪ੍ਰੈਸ ਕਾਨਫਰੰਸ ਕਰਦੇ ਨੇ, ਨਾਮ ਦੀ ਲਿਸਟ ਜਾਰੀ ਕਰਦੇ ਨੇ 35 ਬੰਦਿਆਂ ਦੀ, ਤਾਂ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਕਾਂਗਰਸੀ ਦੱਸੇ ਜਾਂਦੇ ਨੇ, ਬਹੁਤ ਸਾਰੇ ਆਮ ਆਦਮੀ ਦੇ ਦੱਸੇ ਜਾਂਦੇ ਨੇ। ਤਾਂ ਤੁਹਾਨੂੰ ਕੀ ਲੱਗਦਾ ਅੱਜ ਜੋ ਵੀ ਫੈਸਲਾ ਕਿਸਾਨ ਜਥੇਬੰਦੀਆਂ ਲੈਣਗੀਆਂ ਉਹ ਤੋਂ ਬਾਅਦ ਇਹ ਜਿਹੜੀ ਟਕਰਾਅ ਵਾਲੀ ਸਥਿਤੀ ਆ ਰੁਕ ਜੂਗੀ? ਜੇ ਇਹਦੇ ਵਿੱਚ ਸਿਆਸੀ ਪਾਰਟੀਆਂ ਦੇ ਬੰਦਿਆਂ ਦਾ ਜੇ ਸ਼ਮੂਲੀਅਤ ਹੋਈ, ਹਾਲਾਂਕਿ ਐਦਾਂ ਦੀ ਕੋਈ ਕਾਨੂੰਨੀ ਕਾਰਵਾਈ ਦੇ ਵਿੱਚ ਸਾਹਮਣੇ ਤਾਂ ਨਹੀਂ ਆਇਆ ਕਿਹਾ ਜਾ ਰਿਹਾ, ਤਾਂ ਤੁਹਾਨੂੰ ਲੱਗਦਾ ਟਕਰਾਅ ਰੁਕ ਸਕਦਾ ਕਿ ਜਾਂ ਹੋਰ ਵਧੂਗਾ? ਇਹ ਨਹੀਂ, ਉਹ ਤਾਂ ਝੰਡਿਆਂ ਦਾ ਸਵਾਲ ਹੈ। ਹੁਣ ਕਿਸਾਨ 'ਚ ਕਿਸਾਨ ਕੌਣ ਨੇ? ਕਿਸਾਨ ਉਹਨਾਂ ਦੀ ਐਜ ਏ ਪਛਾਣ ਕਿਸਾਨ ਹੈ, ਪਰ ਉਹ ਵੱਖ-ਵੱਖ ਪਾਰਟੀਆਂ ਨਾਲ ਵੀ ਰਹੇ ਨੇ ਹੁਣ ਤੱਕ। ਕੋਈ ਕਿਸੇ ਪਾਰਟੀ ਨਾਲ ਕਦੇ ਰਹਿ ਗਿਆ, ਕਿਸੇ। ਹਾਂ,
ਉਹਨਾਂ ਹੀ ਪਾਰਟੀਆਂ ਦੇ ਕੋਈ ਅਹੁਦੇਦਾਰ ਨੇ, ਤੁਸੀਂ ਪਿੰਨ ਪੁਆਇੰਟ ਕਰ ਸਕਦੇ ਹੋ ਕਿ ਆ ਅਹੁਦੇਦਾਰ ਹੈ, ਤੇ ਇਹ ਗਲਤ ਗੱਲ ਹੈ। ਜਿਹੜਾ ਸਧਾਰਨ ਕਿਸਾਨ ਹੈ, ਜੇ ਕਦੇ ਉਹਨਾਂ ਦੇ ਇਕੱਠ 'ਚ ਵੀ ਗਿਆ ਤੇ ਉਹ ਕਿਸਾਨ ਅੰਦੋਲਨ ਦੇ ਇਕੱਠ 'ਚ ਵੀ ਹੈ, ਤਾਂ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਹਾਂ, ਕੁਝ ਪਾਰਟੀਆਂ ਜੇ ਚਲਾਕੀ ਕਰਦੀਆਂ ਨੇ ਤਾਂ ਪਾਰਟੀਆਂ 'ਤੇ ਨਜ਼ਰ ਰੱਖੀ ਜਾ ਸਕਦੀ ਹੈ ਕਿ ਆਹ ਚੀਜ਼ਾਂ ਨੇ, ਪਰ ਕਰ ਕਿਉਂ ਇਹ ਹੋ ਕਿਉਂ ਰਿਹਾ, ਉਹਦੀ ਬੁਨਿਆਦ ਕੀ ਹੈ? ਬੁਨਿਆਦ ਇਹ ਹੈ ਕਿ ਕਿਸਾਨ ਮੋਰਚਾ ਤੁਹਾਨੂੰ ਇੱਕ ਸੱਦਾ ਦੇ ਰਿਹਾ ਹੈ ਕਿ ਇਹ ਹੋਂਦ ਦੀ ਲੜਾਈ ਹੈ। ਜੇ ਪੰਜਾਬ ਬਚੂਗਾ ਤਾਂ ਤੁਹਾਡਾ ਰਾਜ ਕਿਹਦੇ ਤੇ ਕਰੋਗੇ? ਜੇ ਕਿਸਾਨ ਜਾਂ ਪੰਜਾਬ ਮਰਦਾ, ਪੰਜਾਬ ਦੀ ਹੋਂਦ ਉੱਜੜਦੀ ਹੈ, ਕਿਹਦੇ ਤੇ ਸ਼ਾਸਨ ਕਰੋਗੇ? ਇਸ ਲਈ ਪਹਿਲੀ ਗੱਲ ਮੋਰਚਾ ਜਿੱਤਣ ਦੇ ਵੱਲ ਧਿਆਨ ਦਿਓ ਸਾਰੇ, ਤੁਸੀਂ ਪੰਜਾਬੀ ਵੀ ਹੋ ਜਿੱਥੇ ਪਾਰਟੀਆਂ ਦੇ ਵਿੱਚੋਂ। ਦੂਜੀ ਗੱਲ, ਜਿਹੜੀ ਸਿਆਸਤ ਆਊਗੀ ਤੁਹਾਡੀ 22 ਦੇ ਵਿੱਚ ਜਾ ਕੇ, ਉਦੋਂ ਜਦੋਂ ਨੇੜੇ ਆਜੂ, ਜੇ ਅੱਗੇ ਨੇੜੇ ਜਾ ਕੇ ਕਰਦੇ ਹੋ ਤਾਂ ਹੁਣ ਵੀ ਨੇੜੇ ਜਾ ਕੇ ਕਰ ਲਿਓ, ਨਹੀਂ ਤਾਂ ਫਿਰ ਜਿਹੜਾ ਇੱਕ ਸੱਦਾ ਹੈ ਕਿ ਤੁਹਾਡੇ ਤੋਂ ਸਵਾਲ ਪੁੱਛੇ ਜਾਣਗੇ। ਟਕਰਾਅ ਕਿਵੇਂ ਪੈਦਾ ਹੁੰਦਾ ਹੈ? ਜਦੋਂ ਕਿਸਾਨ ਕਾਲੀਆਂ ਝੰਡੀਆਂ ਲੈ ਕੇ ਖੜਦੇ ਨੇ ਵੀ ਤੁਹਾਡੇ ਤੋਂ ਸਵਾਲ ਪੁੱਛਾਂਗੇ, ਤੇ ਫਿਰ ਅਕਾਲੀ ਦਲ ਕੀ ਕਰਦਾ ਕਿ ਉਹ 50-100 ਮੋਟਰਸਾਈਕਲ ਮੂਹਰੇ ਲਾ ਦਿੰਦਾ ਹੈ, 50 ਗੱਡੀਆਂ ਆ ਰਹੀਆਂ ਨੇ, ਸ਼ੀਸ਼ੇ ਬੰਦ ਹੁੰਦੇ ਨੇ, ਤੁਸੀਂ ਪੁਲਿਸ ਦੇ ਰਸਤੇ ਲੰਘਣਾ ਚਾਹੁੰਦੇ ਹੋ, ਫਿਰ ਉਹ ਤੁਹਾਡੀਆਂ ਗੱਡੀਆਂ ਤੇ ਮਾਰਦੇ ਨੇ ਕਿ ਤੁਸੀਂ ਲੰਘ ਕਿੱਥੋਂ ਗਏ। ਟਕਰਾਅ ਤੁਸੀਂ ਜਦ ਤੁਸੀਂ ਖੜ ਜਾਓ ਉੱਥੇ ਕਿ ਵੀ ਆਓ ਬੈਠਦੇ ਆਪਾਂ, ਸਾਡੀ ਰੈਲੀ 'ਚ ਆ ਜਾਓ, ਉੱਥੇ ਜਿੱਥੇ ਹੈਗੇ ਹੋ ਇੱਕ ਹਾਲ ਖਾਲੀ ਛੱਡ ਲਓ, ਇੱਕ ਸਾਈਡ ਤੇ ਉਹਨਾਂ ਨੂੰ ਮਾਈਕ ਦੇ ਦਿਓ ਵੀ ਹਾਂ ਪੰਡਾਲ 'ਚੋਂ ਤੁਸੀਂ ਸਵਾਲ ਪੁੱਛੋ, ਅਸੀਂ ਸਟੇਜ ਤੋਂ ਦਿਆਂਗੇ, ਘੰਟਾ ਤੁਹਾਡੇ ਲਈ ਹੈ, ਉਦੋਂ ਬਾਅਦ ਤੁਸੀਂ ਚਲੇ ਜਾਏ ਉੱਥੇ, ਉਦੋਂ ਬਾਅਦ ਸਾਡੀ ਰੈਲੀ ਕਰਨ ਦਿਓ, ਜਾਂ ਕੋਈ ਇਹੋ ਜਿਹਾ ਤਰੀਕਾ ਕਰ ਲਓ। ਕੋਈ ਵਾਇਆ ਮੀਡੀਆ ਕੱਢਣਾ ਪਏਗਾ। ਜੇ ਉਹ ਵਾਇਆ ਮੀਡੀਆ ਨਹੀਂ ਨਿਕਲਦਾ ਫਿਰ ਟਕਰਾਅ ਲਾਜ਼ਮੀ ਹੈ ਕਿ ਉਸ ਲੈਵਲ ਤੇ ਚੱਲਦਾ ਰਹੇਗਾ। ਔਰ ਹੁਣ ਇਹ ਪਾਰਟੀਆਂ ਨੂੰ, ਮੇਰਾ ਖਿਆਲ ਇਹ ਫੈਸਲਾ ਪਾਰਟੀਆਂ ਨੇ ਕਰਨਾ ਹੈ। ਕਿਸਾਨ ਅੰਦੋਲਨ ਨੇ ਬਾਲ ਪਾਰਟੀਆਂ ਦੇ ਉਹਦੇ 'ਚ ਸੁੱਟਤੀ ਹੈ ਕਿ ਤੁਸੀਂ ਕਿਵੇਂ ਸਹਿਯੋਗ ਕਰਕੇ ਚੱਲਣਾ ਕਿਸਾਨ ਅੰਦੋਲਨ ਦੇ ਨਾਲ, ਇਹ ਫੈਸਲਾ ਤੁਹਾਡੇ ਤੇ ਛੱਡਦਾ ਹੈ। ਅਮਨ ਅਰੋੜਾ ਇਦਾਂ ਕਹਿੰਦੇ ਨਜ਼ਰ ਆਏ ਸੀਗੇ ਜਦੋਂ ਬਾਹਰ ਆਏ ਨੇ ਕਿ ਸੰਯੁਕਤ ਕਿਸਾਨ ਮੋਰਚਾ ਕੋਈ ਇਸ ਤਰ੍ਹਾਂ ਦਾ ਫੈਸਲਾ ਨਾ ਲਵੇ ਕਿ ਕਿਸੇ ਇੱਕ ਸਿਆਸੀ ਪਾਰਟੀ ਨੂੰ ਕੋਈ ਸਿਆਸੀ ਜਿਹੜਾ ਲਾਹਾ ਉਹ ਮਿਲ ਜਾਵੇ। ਉਹਨਾਂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ? ਜੇ ਉਹ ਕੋਈ ਗੱਲ ਕਹਿਣਗੇ ਤਾਂ ਉਹ ਸਾਰਿਆਂ ਨੂੰ ਹੀ ਫਾਇਦੇ ਦੀ ਕਹਿਣਗੇ, ਜੇ ਨੁਕਸਾਨ ਦੀ ਤਾਂ ਸਾਰੇ ਦੇ ਨੁਕਸਾਨ ਦੀ ਹੋਊ। ਇਹ ਕਿਸੇ ਇੱਕ ਪਾਰਟੀ ਦਾ ਕੁਐਸਚਨ ਨਹੀਂ ਨਾ। ਜੇ ਉਹ ਸਾਰਿਆਂ ਲਈ ਇੱਕ ਫੈਸਲਾ ਕਰਦੇ ਨੇ ਕਿ ਸਾਰੀਆਂ ਪਾਰਟੀਆਂ ਜਾਂ ਜੋ ਵੀ ਚੀਜ਼ਾਂ ਨੇ ਉਹਨੂੰ ਇਸ ਤਰੀਕੇ ਦੇ ਨਾਲ ਤੁਸੀਂ ਕਰੋ, ਤਾਂ ਇੱਕ ਪਾਰਟੀ ਉਹਦੇ 'ਚੋਂ ਕਿਵੇਂ ਨਿਕਲਦੀ ਹੈ? ਪਾਰਟੀ ਦਾ ਤਾਂ ਕੋਈ ਸਵਾਲ ਹੀ ਨਹੀਂ। ਹਾਂ, ਪਾਰਟੀ ਇੱਕ ਦਾ ਇਹ ਕੀਤਾ ਹੋਇਆ ਕਿ ਬੀਜੇਪੀ ਦਾ ਘਰਾਓ ਕਰਨਾ, ਉਹ ਆਈਸੋਲੇਟਡ ਹੈਗੀ ਆ ਇੱਕ ਗੱਲ। ਬਾਕੀ ਦੀਆਂ ਪਾਰਟੀਆਂ ਲਈ ਲੈਵਲ ਪਲੇਇੰਗ ਫੀਲਡ ਹੈ, ਜਿਵੇਂ ਸਾਰੇ ਵੀ ਜਿਹੜੇ ਵੀ ਬੰਦੇ ਜਾਣਗੇ, ਚਾਹੇ ਉਹ ਅਕਾਲੀ ਜਾਵੇ, ਕਾਂਗਰਸੀ ਜਾਵੇ, ਆਪ ਜਾਵੇ, ਉਹਨਾਂ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਪਊਗਾ ਔਰ ਸਵਾਲਾਂ ਦੇ ਜਵਾਬ ਤਿਆਰ ਰੱਖਣੇ ਚਾਹੀਦੇ ਨੇ। ਇਹ ਸਾਰੀਆਂ ਪਾਰਟੀਆਂ ਲਈ ਹੈ, ਕਿਸੇ ਇੱਕ ਪਾਰਟੀ ਲਈ। ਜਾਂ ਤਾਂ ਇਹ ਕਿ ਵੀ ਇੱਕ ਪਾਰਟੀ ਤੋਂ ਸਵਾਲ ਪੁੱਛਦੇ ਆ, ਦੂਜੀ ਤੋਂ ਨਹੀਂ, ਜਾਂ ਤੀਜੀ ਤੋਂ ਨਹੀਂ। ਜੇ ਤਾਂ ਸੱਦਾ ਇਹ ਦਿੱਤਾ ਜਾਵੇ ਫਿਰ ਤਾਂ ਇੱਕ ਪਾਰਟੀ ਦੇ ਫੇਵਰ 'ਚ। ਤੇ ਜੇ ਸਾਰਿਆਂ ਤੋਂ ਹੀ ਸਵਾਲ ਪੁੱਛੇ ਜਾਂਦੇ ਨੇ ਤਾਂ ਮੈਨੂੰ ਲੱਗਦਾ ਕਿਸੇ ਪਾਰਟੀਬਾਜੀ ਦਾ ਸਵਾਲ ਨਹੀਂ, ਫਿਰ ਇਹ ਸਮੁੱਚਤਾ ਦਾ ਸਵਾਲ। ਜਾਂਦੇ ਜਾਂਦੇ ਆਖਰੀ ਸਵਾਲ, ਤੁਸੀਂ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸੰਯੁਕਤ ਕਿਸਾਨ ਮੋਰਚਾ ਬਾਕੀ ਸਟੇਟਾਂ ਦੀਆਂ ਚੋਣਾਂ ਦੇ ਜਿਹੜੇ ਫੈਸਲੇ ਕਰ ਰਿਹਾ, ਵੋਟਿੰਗ ਦੇ ਫੈਸਲੇ ਕਰ ਰਿਹਾ, ਸਿਆਸੀ ਭਵਿੱਖ ਦੇ ਫੈਸਲੇ ਕਰ ਰਿਹਾ, ਪਰ ਪੰਜਾਬ ਨੂੰ ਲੈ ਕੇ ਅਜੇ ਤੱਕ ਸੰਯੁਕਤ ਕਿਸਾਨ ਮੋਰਚਾ ਕੋਈ ਸਟੈਂਡ ਨਹੀਂ ਉਸਨੇ ਲਿਆ। ਤਾਂ ਤੁਸੀਂ ਪੰਜਾਬ ਦਾ ਸਿਆਸੀ ਭਵਿੱਖ ਕੀ ਦੇਖਦੇ ਹੋ ਜੇਕਰ ਅੰਦੋਲਨ ਵੀ ਚੱਲਦਾ ਰਹਿੰਦਾ ਹੈ ਤੇ ਉਧਰ ਪੰਜਾਬ ਦੇ ਵਿੱਚ ਵੋਟਾਂ ਵੀ ਆ ਜਾਂਦੀਆਂ ਨੇ, ਜੇਕਰ ਅੰਦੋਲਨ ਖਤਮ ਹੋ ਜਾਂਦਾ ਤੇ ਵੋਟਾਂ ਆ ਜਾਂਦੀਆਂ? ਤੁਸੀਂ ਦੋਵੇਂ ਤਰੀਕਿਆਂ ਨਾਲ ਪੰਜਾਬ ਦਾ ਜਿਹੜਾ ਸਿਆਸੀ ਭਵਿੱਖ ਆ ਆਪਣੀ ਨਜ਼ਰ ਨਾਲ ਤੁਸੀਂ ਕੀ ਦੇਖਦੇ ਹੋ? ਨਹੀਂ, ਮੈਨੂੰ ਇਹ ਲੱਗਦਾ ਕਿ ਲੋਕਾਂ ਦੀ ਜਿਹੜੀ ਉਮੀਦ ਹੈ ਉਹ ਇਹ ਹੈ ਕਿ ਕਿਸਾਨ ਮੂਵਮੈਂਟ ਦੇ ਵਿੱਚੋਂ ਕੋਈ ਨਵੀਂ ਧਿਰ ਆਉਣੀ ਚਾਹੀਦੀ ਹੈ, ਜਿਹੜੀ ਰੀਅਲੀ ਲੋਕਾਂ ਦੀ ਚਾਹਤ ਹੈ ਅਸਲ 'ਚ ਵੱਡੇ ਪੱਧਰ ਤੇ ਹੁਣ ਕਿਸਾਨ ਅੰਦੋਲਨ ਦੇ ਲੀਡਰਸ਼ਿਪ ਜਿਹੜੀ ਹੈ ਉਹ ਇਹਦੇ ਤੇ ਗੌਰ ਵੀ ਕਰੇਗੀ ਔਰ ਸੋਚਦੀ ਵੀ ਹੈ, ਕਿਉਂਕਿ ਉਹਨਾਂ ਦਾ ਨੰਬਰ 1 ਜਿਹੜਾ ਫੋਕਸ ਹੈ ਉਹ ਅੰਦੋਲਨ ਹੈ। ਅੰਦੋਲਨ ਦੀ ਕੀਮਤ ਤੇ ਉਹ ਨਹੀਂ ਪੋਲਿਟਿਕਸ ਉਸ ਲੈਵਲ ਦੀ ਜੁਆਇਨ ਕਰ ਸਕਦੇ, ਇਲੈਕਟੋਰਲ ਪੋਲਿਟਿਕਸ। ਪਰ ਜੇ ਤਾਂ ਅਕਤੂਬਰ ਤੱਕ ਜਾਂ ਜਦੋਂ ਵੀ ਕਿਤੇ ਮੁੱਕ ਜਾਂਦਾ ਫਿਰ ਤਾਂ ਨਾ ਇਹ ਸਵਾਲ ਹੀ ਨਹੀਂ ਕਿ ਨਵੀਂ ਧਿਰ ਨਾ ਆਵੇ, ਫਿਰ ਤਾਂ ਆਉਣੀ ਹੈ, ਫਿਰ ਤਾਂ ਅਟੱਲ ਵਰਗੀ ਚੀਜ਼ ਹੈ। ਤੇ ਜੇਕਰ ਉਹ ਚੱਲਦਾ ਰਹਿੰਦਾ ਤਾਂ ਵੀ ਚਾਂਸਸ ਹੈਗੇ, ਪਰ ਚਾਂਸਸ ਫਿਰ ਉਨੇ ਨਹੀਂ ਰਹਿੰਦੇ ਜਿੰਨੇ ਅੰਦੋਲਨ ਖਤਮ ਕਰਨ ਨਾਲ ਰਹਿੰਦੇ ਨੇ ਕਿ ਕਿਹਦੇ ਨਾਲ ਚੱਲਣਾ ਕਿਹਦੇ ਨਾਲ ਨਹੀਂ। ਪਰ ਹਾਂ, ਲੋਕਾਂ ਦੀ ਕਿਸਾਨ ਅੰਦੋਲਨ ਦੇ ਲੀਡਰਾਂ ਨੂੰ ਵੀ ਇਹ ਫੈਸਲਾ ਕਰਨਾ ਪਏਗਾ ਕਿ ਲੋਕਾਂ ਦੀ ਚਾਹਤ ਹੈ ਜਿਸ ਤਰੀਕੇ ਦੇ ਨਾਲ ਇੱਕ ਅੰਨਾਂ ਦੇ ਅੰਦੋਲਨ ਦੇ ਵਿੱਚੋਂ ਇੱਕ ਪਾਰਟੀ ਇਮਰਜ ਹੋ ਗਈ ਸੀ, ਉੱਥੇ ਇਹ ਪੰਜਾਬ ਦਾ ਆਪਦਾ ਅੰਦੋਲਨ ਹੈ। ਜੇ ਇਹਦੇ 'ਚੋਂ ਕੋਈ ਪਾਰਟੀ ਇਮਰਜ ਜਾਂ ਪਾਰਟੀ ਜਾਂ ਕੋਈ ਗਰੁੱਪ ਜਾਂ ਕੋਈ ਮੰਚ ਕਿਸੇ ਲੈਵਲ ਦਾ ਹੁੰਦਾ, ਪਰ ਹਜੇ ਮੈਨੂੰ ਲੱਗਦਾ ਕਿ ਕਿਸਾਨ ਅੰਦੋਲਨ ਇੰਨਾ ਹੀ ਕਰਦੇ ਕਿ ਜਿਹੜੇ ਮੇਜਰ ਏਜੰਡਾ ਪੰਜਾਬ ਦਾ ਫੋਕਸ ਕੀ ਹੋਵੇ, ਕਿ ਆਹ ਪੰਜਾਬ ਦਾ ਏਜੰਡਾ ਚਿਹਰੇ ਚੂਰਿਆਂ ਦੀ ਸਿਆਸਤ ਨਹੀਂ, ਏਜੰਡੇ ਦੀ ਸਿਆਸਤ। ਏਜੰਡਾ ਆ ਹੋਏਗਾ ਪੰਜਾਬ ਨੂੰ, ਜਿਵੇਂ ਕਿਸਾਨ ਅੰਦੋਲਨ ਪਹਿਲਾਂ ਹੀ ਏਜੰਡਾ ਤੈਅ ਕਰ ਚੁੱਕਿਆ ਕੁਝ ਤਾਂ। ਇੱਕ ਤਾਂ ਕਾਰਪੋਰੇਟ ਦੇ ਮਾਡਲ ਨੂੰ ਚੁਣੌਤੀ, ਦੂਜਾ ਫੈਡਰਲਿਜ਼ਮ ਦਾ ਕੁਐਸਚਨ ਕਿ ਕੇਂਦਰ ਸਰਕਾਰ ਕੇਂਦਰੀਕਰਨ ਕਰ ਰਹੀ ਹੈ, ਤੀਜਾ ਇੰਪਾਵਰਮੈਂਟ ਆਫ ਪੀਪਲ, ਲੋਕਾਂ ਦੇ ਕੋਲ ਹੇਠਾਂ ਤਾਕਤ ਜਾਵੇ, ਇਕੱਲੀ ਚੰਡੀਗੜ੍ਹ ਨਾ ਆ ਕੇ ਰੁਕ ਜੇ, ਸਿੱਖਿਆ ਦਾ ਸਵਾਲ, ਸਿਹਤ ਦਾ ਸਵਾਲ, ਜਿਹੜੇ ਮੇਜਰ ਏਜੰਡੇ ਨੇ ਇਹਨਾਂ ਬੁਨਿਆਦੀ ਏਜੰਡਿਆਂ ਦੇ ਉੱਤੇ ਜਿਹੜਾ ਲੋਕਾਂ ਦੇ ਵਿੱਚ ਇੱਕ ਪ੍ਰਚਾਰ ਹੋਵੇ ਕਿ ਇਹਨਾਂ ਏਜੰਡਿਆਂ ਤੇ ਕਿਹੜੀ ਪਾਰਟੀ ਖੜੂਗੀ,
ਉਹਦੇ ਸਾਹਮਣੇ ਲੋਕ ਦੇਖਣਗੇ। ਬਾਕੀ ਅਨੁਸਾਰ ਇਹ ਸਵਾਲ ਕਰਨੇ ਚਾਹੀਦੇ ਨੇ ਕਿ ਆਹ ਏਜੰਡੇ ਤੇ ਤੁਹਾਡਾ ਕੀ ਰਹਿਣਾ ਜੀ। ਪਰ ਇਹ ਜਦੋਂ ਏਜੰਡਾ ਜਿਹੜੇ ਚੋਣ ਮਨੋਰਥ ਪੱਤਰ ਨੇ, ਜਿਹੜੇ ਏਜੰਡਾ ਪੱਤਰ ਹੋਣਗੇ, ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਉਹ ਵੀ ਇੱਕ ਲੀਗਲ ਡਾਕੂਮੈਂਟ ਬਣਨਾ ਚਾਹੀਦਾ, ਦਸਤਾਵੇਜ਼ ਬਣਨਾ ਚਾਹੀਦਾ ਕਿ ਜੇਕਰ ਕੋਈ ਪਾਰਟੀ ਵਾਅਦੇ ਪੂਰੇ ਨਹੀਂ ਕਰਦੀ ਤਾਂ ਉਹ ਉਹਦੇ ਤੇ ਤਾਂ ਕਿ ਕਾਰਵਾਈ ਕੀਤੀ ਜਾ ਸਕੇ। ਤੁਹਾਨੂੰ ਲੱਗਦਾ ਕਿ ਇਹਨੂੰ ਲੀਗਲ ਕੀਤਾ ਜਾ ਸਕਦਾ ਹੈ ਚੋਣ ਮਨੋਰਥ ਪੱਤਰਾਂ? ਕੋਈ ਕਾਰਨ ਨਾ ਆਉਂਦਾ, ਕਾਰਨ ਹੀ ਕੋਈ ਨਹੀਂ ਹੈ ਔਰ ਵੈਸੇ ਹੀ ਹੋਣਾ ਚਾਹੀਦਾ। ਵੈਸੇ ਤਾਂ اخلاق ਹੀ ਐਡਾ ਵੱਡਾ ਹੋਣਾ ਚਾਹੀਦਾ ਕਿ ਤੁਸੀਂ ਇੱਕ ਕੰਟਰੈਕਟ ਕਰਦੇ ਹੋ, ਕੰਟਰੈਕਟ ਤੋੜਦੇ ਹੋ ਤਾਂ ਤੁਸੀਂ ਬੇਈਮਾਨੀ ਕਰ ਰਹੇ ਹੋ। ਬਿਲਕੁਲ। ਤੇ ਪਾਰਟੀਆਂ ਤੋਂ ਹਰਫੀਆ ਬਿਆਨ ਲੈ ਸਕਦੇ ਨੇ ਲੋਕ, ਤਾਂ ਕੈਂਡੀਡੇਟਾਂ ਤੋਂ ਕੋਈ ਹਰਫੀਆ ਬਿਆਨ ਦਿਓ ਜਿੰਨਾ ਚਿਰ ਲੀਗਲ ਡਾਕੂਮੈਂਟ ਨਹੀਂ ਹੈ ਕਿ ਜੋ ਤੁਸੀਂ ਕਹਿੰਦੇ ਹੋ ਤੇ ਅਸੀਂ ਇਹਦੇ ਤੇ ਤਾਂ ਤੁਹਾਡੇ ਖਿਲਾਫ ਕੋਰਟ ਜਾਇਆ ਜਾ ਸਕੇ। ਇਹ ਤੋਂ ਬਿਨਾਂ ਹੋਰ ਬਹੁਤ ਚੋਣ ਸੁਧਾਰ ਦੇ ਮੁੱਦੇ ਨੇ ਜਿਹੜੇ ਚੋਣ ਸੁਧਾਰ ਦੇ ਵਿੱਚ ਆਉਣੇ ਚਾਹੀਦੇ ਨੇ। ਉਹ ਅਗਲਾ ਏਜੰਡਾ ਹੈ। ਪਰ ਮੋਟੇ ਤੌਰ ਦੇ ਉੱਤੇ ਇਹ ਜ਼ਰੂਰ ਹੈ, ਮੈਨੂੰ ਲੱਗਦਾ ਪਾਲਿਸੀ ਪੱਧਰ ਤੇ ਅਜੇ ਪਾਰਟੀਆਂ ਦੇ ਪੱਖ 'ਚ ਖੜਨਗੀਆਂ ਹੀ ਨਹੀਂ। ਜੇ ਫੈਡਰਲਿਜ਼ਮ ਦੇ ਪੱਖ 'ਚ ਖੜਦੀਆਂ ਨੇ ਤਾਂ ਉਹਨਾਂ ਨੂੰ ਸਵਾਲ ਆਊਗਾ CAA ਤੇ ਤੁਸੀਂ ਵੋਟ ਕਿਉਂ ਕੇਂਦਰ ਦੇ ਪੱਖ 'ਚ ਪਾਈ, ਤਾਂ ਉਹਨਾਂ ਨੂੰ ਸਵਾਲ ਆਊ 370 ਦੇ ਉਹਦੇ 'ਚ ਪੱਖ 'ਚ ਵੋਟ ਕਿਉਂ ਪਾਈ। ਇਸ ਲਈ ਉਹ ਸਾਹਮਣੇ ਐਕਸਪੋਜ਼ ਹੋ ਜਾਣਗੀਆਂ ਜਿਹੜੀਆਂ ਪਾਰਟੀਆਂ ਸਾਹਮਣੇ ਖੜੀਆਂ ਹੋਣਗੀਆਂ। ਪਹਿਲਾਂ ਇਹ ਤਾਂ ਚੋਣ ਮਨੋਰਥ ਤਾਂ ਬਾਅਦ ਦੀਆਂ ਗੱਲਾਂ ਨੇ, ਇਹ ਉਦੋਂ ਪਹਿਲਾਂ ਦਾ ਸਵਾਲ ਹੈ। ਜਦੋਂ ਇਹ ਬੁਨਿਆਦੀ ਸਵਾਲ ਹੋਣ ਲੱਗੇ, ਚੋਣ ਮਨੋਰਥ ਪੱਤਰ ਉਹਨਾਂ ਗੱਲਾਂ ਲਈ ਹੈ ਤੁਹਾਨੂੰ ਆਹ ਮੁਫਤ ਦੇ ਦਾਂਗੇ, ਆਹ ਦੇ ਦਾਂਗੇ, ਆਹ ਕਿਉਂ ਨਹੀਂ ਕਰਦੇ, ਤੈਨੂੰ ਰੁਜ਼ਗਾਰ ਦੇ ਦਾਂਗੇ। ਪਰ ਜਦੋਂ ਬੁਨਿਆਦੀ ਸਵਾਲ ਆਉਣਗੇ ਇਹਨਾਂ ਤੇ ਤਾਂ ਪਾਲਿਸੀ 'ਚ ਹੀ ਫਸ ਜਾਣਗੀਆਂ ਪਾਰਟੀਆਂ। ਅਸਲ 'ਚ ਸਵਾਲ ਕਰਨੇ ਉਹਦਾ ਇੱਕ ਤਰੀਕਾ, ਇੱਕ ਮੰਚ, ਇੱਕ ਫੋਰਮ ਬਣਨਾ ਚਾਹੀਦਾ। ਪਿੰਡਾਂ ਦੇ ਪੱਧਰ ਤੇ ਵੀ ਜੇ ਲੋਕ ਭਾਈਚਾਰਾ ਕਾਇਮ ਰੱਖਣਾ ਚਾਹੁੰਦੇ ਨੇ, ਮੈਨੂੰ ਲੱਗਦਾ ਕਿ ਉਹ ਸਾਂਝੀਆਂ ਸਟੇਜਾਂ ਤੇ ਬਣਾਉਣ, ਸਾਰੇ ਇਕੱਠੇ ਹੋਣ। ਜਿਹੜਾ ਵੀ ਬੰਦਾ ਆਉਂਦਾ ਹੈ ਉਹਨੂੰ ਕਹਿਣ ਆਓ ਭਾਈ ਸਾਰੇ ਇਕੱਠੇ ਹੀ ਆ ਕੇ ਸਾਡਾ ਤਾਂ ਜਵਾਬ ਦੇ ਜੋ। ਸਾਰਿਆਂ ਨੂੰ ਉਹਨਾਂ ਦਾ ਸਵਾਲ ਕਰ ਦੇਣ ਤੇ ਉਹ ਜਵਾਬ ਦੇ ਦੇਣ। ਲੋਕਾਂ ਨੂੰ ਜਿਹਦਾ ਜਵਾਬ ਪਸੰਦ ਆਏ ਆਪੀ ਵੋਟ ਪਾ ਦੇਣਗੇ ਬਾਅਦ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਇਹ ਸੀਗੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਸਾਡੇ ਨਾਲ। ਪੰਜਾਬ ਦੇ ਵਿੱਚ ਕਹਿੰਦੇ ਵੀ ਜਿਹੜੀ ਏਜੰਡੇ ਦੀ ਜਿਹੜੀ ਪਾਲਿਸੀ ਆ ਉਹ ਆਉਣੀ ਚਾਹੀਦੀ ਆ, ਨਾ ਕਿ ਵਿਚਾਰਾਂ ਦੀ ਪਾਲਿਸੀ। ਇੱਕ ਏਜੰਡੇ ਦੀ ਪਾਲਿਸੀ ਆਉਣੀ ਚਾਹੀਦੀ ਆ ਕਿ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਕਰਨਗੀਆਂ ਕੀ। ਇਹ ਇੱਕ ਹਮੇਸ਼ਾ ਵੱਡਾ ਮਸਲਾ ਰਿਹਾ ਕਿ ਹੁਣ ਤੱਕ ਜਦੋਂ ਤੱਕ ਪੰਜਾਬ ਦਾ ਉੱਪਰ ਜਿਹੜਾ ਸੱਤਾ ਦਾ ਜਿਹੜਾ ਸੁੱਖ ਹੈ, ਜਿਹੜੀ ਵੀ ਸਿਆਸੀ ਪਾਰਟੀ ਨੇ ਭੋਗਿਆ, ਉਹਨੇ ਵਾਅਦੇ ਬਹੁਤ ਸਾਰੇ ਕੀਤੇ ਪਰ ਕਿੰਨੇ ਪੂਰੇ ਕੀਤੇ, ਇਹ ਗੱਲ ਵੀ ਸਾਰੀ ਜੱਗ ਜ਼ਾਹਰ ਆ ਕਿ ਪਾਰਟੀਆਂ ਆਪਣੇ ਕਹੇ ਵਾਅਦਿਆਂ ਤੋਂ ਮੁੱਕਰ ਜਾਂਦੀਆਂ ਨੇ। ਅਕਸਰ ਜਿਹੜੇ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ, ਫਿਰ ਉਹੀ ਵਾਅਦਿਆਂ ਨੂੰ ਲੈ ਕੇ ਵੋਟਾਂ ਵੇਲੇ ਇੱਕ ਦੂਜੇ ਤੇ ਜਿਹੜੇ ਤੰਜ ਨੇ ਕੱਸੇ ਜਾਂਦੇ ਨੇ ਤੇ ਲੋਕ ਇਹਨਾਂ ਤੰਜਾਂ ਦੇ ਵਿੱਚ ਹੀ ਫਸੇ ਕਿਤੇ ਨਾ ਕਿਤੇ ਰਹਿ ਜਾਂਦੇ ਨੇ। ਸੋ ਦੇਖਣਾ ਹੋਵੇਗਾ ਕਿ ਪੰਜਾਬ ਸੰਯੁਕਤ ਕਿਸਾਨ ਮੋਰਚਾ ਕੋਈ ਏਜੰਡਾ ਪੇਸ਼ ਕਰਦਾ ਸਿਆਸੀ ਪਾਰਟੀਆਂ ਅੱਗੇ ਕਿ ਪੰਜਾਬ ਦੀ ਬਿਹਤਰੀ ਦੇ ਲਈ ਆਹ ਏਜੰਡਾ ਅਸੀਂ ਰੱਖਦੇ ਹਾਂ, ਵੀ ਇਹਦੇ ਉੱਤੇ ਕਿਹੜੀ ਪਾਰਟੀ ਖੜੂਗੀ, ਕਿਹੜੀ ਕੰਮ ਕਰੂਗੀ। ਇਹ ਵੀ ਦੇਖਣਾ ਹੋਊਗਾ ਕਿ ਕਿਹੜੀ ਸਿਆਸੀ ਪਾਰਟੀ ਉਸ ਏਜੰਡੇ ਤੇ ਖਰੀ ਉਤਰੂਗੀ ਜਾਂ ਉਸ ਨੂੰ ਸਵੀਕਾਰ ਕਰੂਗੀ। ਸੋ ਹਾਲੇ ਤੱਕ ਇਹ ਆਉਣ ਵਾਲੇ ਸਮੇਂ ਦੀ ਬੁੱਕਲ ਦੇ ਵਿੱਚ ਸਾਰੀਆਂ ਚੀਜ਼ਾਂ ਲੁਕੀਆਂ ਹੋਈਆਂ ਨੇ। ਦੇਖਣਾ ਹੋਵੇਗਾ ਕਿ ਸਮੇਂ ਦੀ ਬੁੱਕਲ ਦੇ ਵਿੱਚੋਂ ਪੰਜਾਬ ਦਾ ਸਿਆਸੀ ਭਵਿੱਖ ਤੇ ਪੰਜਾਬ ਦੇ ਲੋਕਾਂ ਦਾ ਜਿਹੜਾ ਵਿਕਸਿਤ ਭਵਿੱਖ ਆ ਉਹ ਕਿਹੋ ਜਿਹਾ ਨਿਕਲਦਾ। ਸੋ ਬਾਕੀ ਖਬਰਾਂ ਦੇ ਲਈ ਜੁੜੇ ਰਹੋ ਪ੍ਰਵਾਸੀ TV ਦੇ ਨਾਲ। ਕੈਮਰਾਮੈਨ ਸੋਨੂੰ ਜਾਸਲਾ ਦੇ ਨਾਲ ਮੈਂ ਸਫਰ ਰੰਧਾਵਾ, ਚੰਡੀਗੜ੍ਹ ਤੋਂ।